21 ਸਿੱਖ ਨੌਜਵਾਨਾਂ ਦੀ ਕਮਾਂਡ ਹੌਲਦਾਰ ਈਸ਼ਰ ਸਿੰਘ ਜੋ ਕਿ ਮੇਰੇ ਪੜਦਾਦਾ ਜੀ ਲੱਗਦੇ ਸਨ, ਉਹ ਕਰ ਰਹੇ ਸਨ। ਵਰਡ ਦੱਸ ਨਹੀਂ ਸਕਦਾ ਜਿਸ ਤਰ੍ਹਾਂ ਕਿ ਸਾਨੂੰ ਇੰਨਾ ਖੁਸ਼ੀ ਮਹਿਸੂਸ ਹੋਈ ਜਦੋਂ ਕਿ ਇੰਗਲੈਂਡ ਦੇ ਵਿੱਚ ਬੁਲਾ ਕੇ ਸਾਡਾ ਸਨਮਾਨ ਕੀਤਾ ਗਿਆ। ਇਹ 21 ਸਿੱਖ ਕੱਲਾ ਹੌਲਦਾਰ ਈਸ਼ਰ ਸਿੰਘ ਨਹੀਂ, ਇਹ ਜਿਹੜਾ ਬੁੱਤ ਆ ਇਹ ਉਹਨਾਂ 21 ਨੌਜਵਾਨਾਂ ਦਾ ਚਿਹਰਾ ਉਹਦੇ ਵਿੱਚ ਬੁੱਤ ਦੇ ਵਿੱਚ ਸ਼ਾਮਲ ਹੈ। ਜਦੋਂ ਉਹਨਾਂ ਦਾ ਇਤਿਹਾਸ ਕੋਈ ਉਹਨਾਂ ਨੂੰ ਦੱਸੂਗਾ ਤਾਂ ਆਟੋਮੈਟਿਕ ਉਹ ਮਹਿਸੂਸ ਹੋਊਗਾ ਕਿ ਸਿੱਖ ਐਡੀ ਵੱਡੀ ਕੁਰਬਾਨੀ ਕਰਦੇ ਹਨ ਕਿ ਇੱਕ 21 ਸਿੱਖਾਂ ਨੇ ਇੱਕ 10,000 ਫੌਜ ਦੇ ਨਾਲ ਟਾਕਰਾ ਲਿਆ ਹੋਵੇ। 100 ਸਾਲ ਬਾਅਦ ਸਾਰਾਗੜੀ ਦਾ ਇਤਿਹਾਸ ਸੰਸਾਰ ਵਿੱਚ ਪ੍ਰਗਟ ਹੋਣਾ, ਇਹਦੇ ਪਿੱਛੇ ਤੁਸੀਂ ਦੱਸੋ ਕੀ ਰਾਜ ਹੋ ਸਕਦਾ ਜਾਂ ਇੰਨੀ ਲੇਟ ਕਿਉਂ ਦੁਨੀਆ ਦੇ ਸਾਹਮਣੇ ਇਹ ਸੱਚ ਆ ਰਿਹਾ ਹੈ? ਪੰਜਾਬ ਜਿਹੜੀ ਗੌਰਮੈਂਟ ਆ ਨਾ, ਉਹਦੇ ਵੱਲੋਂ ਕਿਤੇ ਵੀ ਇਹਨਾਂ ਸ਼ਹੀਦਾਂ ਦਾ ਕੋਈ ਬੁੱਤ ਸਥਾਪਿਤ ਨਹੀਂ ਕੀਤਾ ਗਿਆ। ਇਹ ਜਿਹੜਾ ਗੁਰਦੁਆਰਾ ਸਾਹਿਬ ਫਿਰੋਜ਼ਪੁਰ ਤੇ ਅੰਮ੍ਰਿਤਸਰ ਸਾਹਿਬ ਵਿਖੇ ਬਣਾਏ ਗਏ ਆ, ਇਹ ਜਿਹੜੇ ਗੋਰਾ ਸਰਕਾਰ ਸੀ ਉਸ ਟਾਈਮ ਆਪਣੇ ਇੰਡੀਆ ਦੇ ਵਿੱਚ, ਉਹਨਾਂ ਦੀ ਤਰਫੋਂ ਬਣਾਏ ਗਏ ਸੀ। 21 ਸ਼ਹੀਦ ਹੋਏ ਸਨ ਨਾ ਸਿੱਖ, ਤੇ 21 ਪਰਿਵਾਰਾਂ ਨੂੰ ਇਕੱਠਾ ਕਰਕੇ, ਕਿਉਂਕਿ ਕੋਈ ਕਿਸੇ ਪਿੰਡ 'ਚ ਰਹਿੰਦਾ ਸੀ, ਕੋਈ ਕਿਸੇ ਪਿੰਡ ਵਿੱਚ ਰਹਿੰਦਾ ਸੀ, ਇਹ ਤੁਸੀਂ ਫਿਰ ਸਾਰੇ ਇਕੱਠੇ ਕਿਵੇਂ ਹੋਏ? ਇਹਦੇ ਪਿੱਛੇ ਕਿਹਨਾਂ ਦੀ ਖੋਜ ਸੀ? ਜਿੰਨੀਆਂ ਵੀ ਸਿੱਖ ਰੈਜੀਮੈਂਟ ਪਲਟਨਾਂ ਹਨ, ਉਹ ਸਾਰੀਆਂ ਗੁਰੂ ਘਰ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾ ਕੇ ਉਹਨਾਂ ਦੇ 12 ਸਤੰਬਰ ਨੂੰ ਭੋਗ ਪਾਉਂਦੀਆਂ। ਅਸੀਂ ਸਾਰੇ ਉਹਨਾਂ ਨੂੰ ਯਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਹਾਂ ਚਰਨਜੀਤ ਕੌਰ UK ਤੋਂ। ਅੱਜ ਰੂਹ ਦੀਆਂ ਗੱਲਾਂ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਹਸਤੀ ਨੂੰ ਆਪ ਜੀ ਦੇ ਰੂਬਰੂ ਕਰਾਵਾਂਗੇ, ਜਿਸਦਾ ਆਪ ਜੀ ਨੂੰ ਵੀ ਸ਼ਾਇਦ ਬੜੀ ਬੇਸਬਰੀ ਨਾਲ ਇੰਤਜ਼ਾਰ ਹੋਵੇ। ਮੈਂ ਮਿਲ ਲਾਵਾਂਗੀ ਤੁਹਾਨੂੰ ਉਸ ਗੁਰਸਿੱਖਾਂ ਦੇ ਪਨੀਰੀਆਂ ਦੇ ਨਾਲ, ਚੌਥੀ ਪਨੀਰੀ ਦੇ ਨਾਲ, ਜੋ ਕਿ ਸਾਰਾਗੜੀ ਦੇ ਵਿੱਚ ਸ਼ਹੀਦ ਹੋਏ ਸਨ। ਸਾਰਾਗੜੀ ਜੰਗ ਦੇ ਵਿੱਚ, ਬੈਟਲ ਆਫ ਸਾਰਾਗੜੀ 1897 ਦੀ ਗੱਲ ਹੈ ਮੇਰੇ ਖਿਆਲ ਨਾਲ, ਜਿੱਥੇ 21 ਸਿੱਖਾਂ ਨੇ ਅਰਦਾਸ ਕੀਤੀ ਤੇ ਉਸ ਅਰਦਾਸ ਕਰਕੇ ਤੇ ਫਿਰ ਉਸ ਆਪਣੀ ਅਰਦਾਸ ਤੋਂ ਪਿੱਛਾ ਨਹੀਂ ਹਟੇ, ਮੁਕਰੇ ਨਹੀਂ। ਅਰਦਾਸ ਦਾ ਬਹੁਤ ਵੱਡਾ ਮਾਨਾ ਹੁੰਦਾ ਸਿੱਖੀ ਦੇ ਵਿੱਚ, ਮੁਕਰੇ ਨੇ ਤੇ ਫਿਰ ਉਹਨਾਂ ਨੇ ਉੱਥੇ ਸ਼ਹਾਦਤ ਪ੍ਰਾਪਤ ਕੀਤੀ। ਉੱਥੇ ਸਾਰਾਗੜੀ ਕੀ ਇਤਿਹਾਸ ਹੈ, ਕਿਹੜੀ ਜੰਗ ਚੱਲ ਰਹੀ ਸੀ ਉਸ ਸਮੇਂ ਵਿੱਚ, ਉਹ ਸਿੱਖ ਉੱਥੇ ਕੀ ਕਰਦੇ ਪਏ ਸਨ, ਉਹ ਸਿੱਖਾਂ ਦਾ ਅੱਜ ਦੇ ਸਿੱਖਾਂ ਦੇ ਨਾਲ ਕੀ ਰਿਸ਼ਤਾ ਹੈ, ਜਾਂ ਉਹਨਾਂ ਬੜੀ ਮਿਲ ਕੇ ਵੀ ਕਈ ਵਾਰੀ ਮਾਣ ਤੇ ਖੁਸ਼ੀ ਹੁੰਦੀ ਹੈ ਕਿ ਜਦੋਂ ਪਤਾ ਕਈ ਵਾਰੀ ਲੱਗਦਾ ਹੈ ਕਿ ਉਹ ਜਿਹੜੇ ਸਿੱਖ ਉਸ ਸਮੇਂ ਵਿੱਚ ਉੱਥੇ ਉਹਨਾਂ ਨੇ ਜੰਗਾਂ ਵਿੱਚ ਸ਼ਹਾਦਤਾਂ ਕੀਤੀਆਂ, ਆਪਣੀਆਂ ਦਿੱਤੀਆਂ ਸ਼ਹਾਦਤਾਂ, ਉਹਨਾਂ ਦੇ ਪਰਿਵਾਰਾਂ ਨੂੰ ਜਦੋਂ ਮਿਲਦੇ ਆ, ਜਾਂ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ, ਉਹਨਾਂ ਦੀ ਪੀੜ੍ਹੀਆਂ ਦੇ ਅਗਲੀਆਂ ਪੀੜ੍ਹੀਆਂ ਦੇ ਮੈਂਬਰਾਂ ਨੂੰ ਜਦੋਂ ਮਿਲਦੇ ਆ, ਤਾਂ ਮਨ ਵਿੱਚ ਬੜੀ ਇੱਕ ਖੁਸ਼ੀ ਦੀ ਲਹਿਰ, ਇੱਕ ਪ੍ਰਾਊਡ, ਇੱਕ ਮਾਣ ਵਾਲੀ ਗੱਲ ਅੰਦਰ ਆਉਂਦੀ ਮਹਿਸੂਸ ਹੁੰਦੀ ਹੈ। ਆਓ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਹਵਾਲਦਾਰ ਈਸ਼ਰ ਸਿੰਘ ਦੀ ਚੌਥੀ ਪੀੜ੍ਹੀ, ਸਰਦਾਰ ਬਖਤੌਰ ਸਿੰਘ ਜੀ, ਜੋ ਉਹਨਾਂ ਪੀੜ੍ਹੀ ਚ ਸ਼ਹੀਦਾਂ ਦੀ ਪੀੜ੍ਹੀ ਵਿੱਚੋਂ ਹਨ। ਆਓ ਇਹਨਾਂ ਨੂੰ ਆਪਾਂ ਪੰਜਾਬੀ ਵਿਰਾਸਤ USA ਚੈਨਲ ਤੇ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਅਤੇ ਇਹਨਾਂ ਨੂੰ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਬਖਤੌਰ ਸਿੰਘ ਜੀ ਆਪ ਹੀ 17 ਸਿੱਖ ਰੈਜੀਮੈਂਟ ਦੇ ਸੋਲਜਰ ਸਨ। 1997 ਵਿੱਚ ਇਹ ਰਿਟਾਇਰ ਹੋਏ ਹਨ। ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਆਪ ਜੀ ਨੂੰ ਕਿਹੋ ਜਿਹਾ ਲੱਗਦਾ ਹੈ, ਕਿਹੋ ਜਿਹਾ ਤੁਸੀਂ ਮਹਿਸੂਸ ਕਰਦੇ ਹੋ ਜਦੋਂ ਗੱਲ ਸ਼ਹੀਦ ਹਵਾਲਦਾਰ ਈਸ਼ਰ ਸਿੰਘ ਤੇ ਆਉਂਦੀ ਹੈ? ਤੁਸੀਂ ਕਿਹੋ ਜਿਹਾ ਉਸ ਸਮੇਂ ਮਹਿਸੂਸ ਕਰਦੇ ਹੋ? ਮੈਂ ਮਹਿਸੂਸ ਵਰਡ ਦੱਸ ਨਹੀਂ ਸਕਦਾ ਜਿਸ ਤਰ੍ਹਾਂ ਕਿ ਸਾਨੂੰ ਇੰਨਾ
ਖੁਸ਼ੀ ਮਹਿਸੂਸ ਹੋਈ ਜਦੋਂ ਕਿ ਇੰਗਲੈਂਡ ਦੇ ਵਿੱਚ ਬੁਲਾ ਕੇ ਸਾਡਾ ਸਨਮਾਨ ਕੀਤਾ ਗਿਆ। ਮੈਂ ਹੌਲਦਾਰ ਬਖਤੌਰ ਸਿੰਘ, ਰਿਟਾਇਰ 17 ਸਿੱਖ ਰੈਜੀਮੈਂਟ ਚੋਂ ਹਾਂ। ਮੈਂ ਹੌਲਦਾਰ ਈਸਰ ਸਿੰਘ ਦੀ ਚੌਥੀ ਪੀੜ੍ਹੀ ਦਾ ਵਾਰਸ ਹਾਂ। ਤੇ ਜਦੋਂ ਤੁਸੀਂ ਇੰਗਲੈਂਡ ਵਿੱਚ ਆਏ ਸੋ, ਜਿੱਥੇ ਆਪਾਂ ਗੱਲ ਕਰਦੇ ਹਾਂ ਗੁਰੂ ਨਾਨਕ ਗੁਰਦੁਆਰਾ ਵੈਂਸਫੀਲਡ ਯੂਕੇ ਦੇ ਵਿੱਚ, ਜਿੱਥੇ ਹਵਾਲਦਾਰ ਸਰਦਾਰ ਈਸ਼ਰ ਸਿੰਘ ਜੀ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਆਪ ਜੀ ਦੇ ਮਨ ਵਿੱਚ ਕਿਹੋ ਜਿਹੇ ਵਲਵਲੇ ਸਨ? ਆਪ ਜੀ ਨੇ ਕੀ ਇਹੋ ਜਿਹਾ ਅਲੌਕਿਕ ਨਜ਼ਾਰਾ ਜਿਹੜਾ ਕਿ ਇੱਥੇ ਇੰਗਲੈਂਡ ਦੀ ਧਰਤੀ ਤੇ ਵਾਪਰਿਆ ਹੈ? ਕੀ ਇਹੋ ਜਿਹਾ ਸਾਨੂੰ ਇੰਨਾ ਮਹਿਸੂਸ ਨਹੀਂ ਸੀ ਕਿ ਸਾਡਾ ਇੰਨਾ ਵੱਡਾ ਬਜ਼ੁਰਗ, ਜਿਸ ਦੇ ਅਸੀਂ ਚੌਥੀ ਪੀੜ੍ਹੀ ਦੇ ਵਾਰਸ ਹਾਂ, ਕਿ ਇੱਕ ਬਾਹਰਲੀ ਕੰਟਰੀ ਦੇ ਵਿੱਚ ਜਾ ਕੇ ਬਾਹਰਲੀਆਂ ਸਰਕਾਰਾਂ, ਬਾਹਰਲੇ ਲੋਕ ਉਹਨਾਂ ਦਾ ਸਥਾਪਿਤ ਇੰਗਲੈਂਡ ਦੇ ਵਿੱਚ ਸਥਾਪਿਤ ਕਰਕੇ ਇੱਕ ਵਰਡ ਨੂੰ ਦਰਸਾ ਦੇਣਗੇ ਕਿ ਇੱਕ ਸਾਰਾਗੜ੍ਹੀ ਦੀ ਲੜਾਈ ਐਡੀ ਵੱਡੀ ਲੜਾਈ ਆ, ਜਿਨ੍ਹਾਂ 21 ਸਿੱਖ ਨੌਜਵਾਨਾਂ ਦਾ ਬੁੱਤ ਇੰਗਲੈਂਡ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ। ਇਹ 21 ਸਿੱਖ ਇਕੱਲਾ ਹੌਲਦਾਰ ਈਸਰ ਸਿੰਘ ਨਹੀਂ, ਇਹ ਜਿਹੜਾ ਬੁੱਤ ਆ ਇਹ ਉਹਨਾਂ 21 ਨੌਜਵਾਨਾਂ ਦਾ ਚਿਹਰਾ ਉਹਦੇ ਵਿੱਚ ਬੁੱਤ ਦੇ ਵਿੱਚ ਸ਼ਾਮਲ ਹੈ। ਸਾਨੂੰ ਸਾਰਿਆਂ ਨੂੰ ਬੜਾ ਮਾਣ ਹੈ ਕਿ ਸਾਡੇ ਸਿੱਖ ਰੈਜੀਮੈਂਟ ਦੇ 21 ਸਿੱਖ ਨੌਜਵਾਨ ਸ਼ਹੀਦ ਹੋਏ। ਸ਼ਹੀਦ ਹੋਣ 'ਤੇ ਉਹਨਾਂ ਨੇ ਐਡੀ ਵੱਡੀ ਕੁਰਬਾਨੀ ਕੀਤੀ ਆ, ਜਿਹੜਾ ਕਿ ਵਰਲਡ ਅੱਜ ਉਹਨਾਂ ਨੂੰ ਜਾਣ ਰਿਹਾ ਹੈ ਕਿ ਇਹ ਜਿਹੜਾ ਬੁੱਤ ਲਾਇਆ ਗਿਆ ਹੈ ਇਹ ਇਕੱਲੇ ਈਸਰ ਸਿੰਘ ਦਾ ਨਹੀਂ, ਇਹ ਉਹਦੇ ਵਿੱਚ 21 ਰੂਹਾਂ ਦਾ ਰੂਪ ਭਰਿਆ ਗਿਆ ਹੈ। ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਇੱਕ ਯੂਕੇ ਦੀ ਸਰਕਾਰ, ਯੂਕੇ ਦੇ ਲੋਕਾਂ ਨੇ ਐਡਾ ਵੱਡਾ ਸਾਡਾ ਮਾਣ ਉੱਥੇ ਵਧਾਇਆ ਕਿ ਅਸੀਂ ਦੱਸ ਨਹੀਂ ਸਕਦੇ। ਸਾਡੇ ਕੋਲੇ ਕੋਈ ਲਫ਼ਜ਼ ਹੀ ਨਹੀਂ ਹੈ ਕਿ ਐਡਾ ਵੱਡਾ ਸਾਡੇ ਬਜ਼ੁਰਗਾਂ ਦਾ ਨਾਂ ਰੋਸ਼ਨ ਹੋਇਆ ਹੈ। ਇੱਕ ਅਸੀਂ ਕਹਿ ਦਈਏ ਕਿ ਇਹ ਜਿਹੜਾ ਨਾਂ ਰੋਸ਼ਨ ਇੱਕ ਗੋਡ ਦੇ ਵਿੱਚ ਮੜਿਆ ਗਿਆ ਹੈ, ਇੱਕ ਸੁਨਹਿਰੀ ਅੱਖਰਾਂ ਦੇ ਵਿੱਚ ਉਹਨੂੰ ਮੜ ਕੇ ਉੱਥੇ ਦਰਸਾਇਆ ਗਿਆ ਹੈ, ਲੋਕਾਂ ਨੂੰ ਦੱਸਿਆ ਗਿਆ ਹੈ। ਉਸ ਵਿੱਚ ਆਉਣ ਵਾਲੇ ਬੱਚੇ ਵੀ ਜਿੰਨੇ ਵੀ ਹੋਣਗੇ, ਚਾਹੇ ਉਹ ਸਾਡੇ ਪੰਜਾਬੀ ਵਿਰਸਾ, ਚਾਹੇ ਉਹ ਇੰਗਲੈਂਡ ਦੇ ਗੋਰੇ ਬੱਚੇ ਹਨ, ਉਹ ਕਿਸੇ ਟਾਈਮ ਇਹ ਪੁੱਛਣਗੇ ਕਿ ਇਹ ਜਿਹੜਾ ਬੁੱਤ ਸਥਾਪਿਤ ਕੀਤਾ ਇਹ ਕਿਸ ਸੂਰਬੀਰ ਦਾ ਹੈ, ਕਿਸ ਯੋਧੇ ਦਾ ਹੈ। ਜਦੋਂ ਉਹਨਾਂ ਦਾ ਇਤਿਹਾਸ ਕੋਈ ਉਹਨਾਂ ਨੂੰ ਦੱਸੂਗਾ ਤਾਂ ਆਟੋਮੈਟਿਕ ਉਹ ਮਹਿਸੂਸ ਹੋਊਗਾ ਕਿ ਸਿੱਖ ਐਡੀ ਵੱਡੀ ਕੁਰਬਾਨੀ ਕਰਦੇ ਹਨ ਕਿ ਇੱਕ 21 ਸਿੱਖਾਂ ਨੇ ਇੱਕ 10,000 ਫੌਜ ਦੇ ਨਾਲ ਟਾਕਰਾ ਲਿਆ ਹੋਵੇ। ਉਹਨਾਂ ਨੇ ਇਹ ਵੀ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਵਾਪਸ ਚਲੇ ਜਾਓ, ਸਾਡੀ ਲੜਾਈ ਤੁਹਾਡੇ ਨਾਲ ਨਹੀਂ ਹੈ। ਪਰ ਸਾਡਾ ਇੱਕ ਸਿੱਖ ਰੈਜੀਮੈਂਟ ਦਾ ਮਾਟੋ ਹੈ, ਨਿਸ਼ਚੇ ਕਰ ਆਪਣੀ ਜੀਤ ਕਰੋ। ਕੀ ਆ ਉਹ? ਦੇਸ਼ ਸੇਵਾ ਪਰ ਮੋਹੇ ਸ਼ੁਭ ਕਰਮ ਸੇ ਕਬ ਨਾ ਡਰੂ, ਨਾ ਡਰੂ ਤੋਂ ਅਰਸੋਂ ਜਬ ਜਾਏ ਲੜੂ। ਇਹ ਮਹਾਰਾਜ ਨੇ ਉਹਨਾਂ 'ਚ ਤਾਕਤ ਇੰਨੀ ਬਖਸ਼ੀ ਕਿ ਤੁਸੀਂ ਨਿਸ਼ਚਾ ਕਰਕੇ ਹੀ ਆਪਣੀ ਜੀਤ ਕਰਕੇ ਦਿਖਾਉਣੀ ਹੈ। ਉਹਨਾਂ ਨੇ ਇੱਕ ਮਹਾਰਾਜ ਦੇ ਜਿਹੜੇ ਅਵਾਰਡ ਲਿਖੇ ਸੀ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਦਿਖਾਇਆ, ਇੱਕ ਦਰਸਾਇਆ ਹੈ ਕਿ ਸਾਡੇ ਗੁਰੂਆਂ ਨੇ ਸਾਨੂੰ ਇਸ ਰਸਤੇ ਤੇ ਚੱਲਣ ਦਾ ਮਾਣ ਬਖਸ਼ਿਆ ਹੈ, ਅਸੀਂ ਉਹ ਮਾਣ ਪੂਰਾ ਕੀਤਾ ਹੈ। ਮਤਲਬ ਕਿ ਜਿਹੜੀ ਸਾਰਾਗੜ੍ਹੀ ਦੀ ਸਿੱਖਾਂ ਦੀ ਜਿਹੜੀ ਉੱਥੇ ਸਾਰਾਗੜ੍ਹੀ, ਅਸੀਂ ਕਹਿੰਦੇ ਹਾਂ ਕਿ ਉਹ ਸਾਰਾਗੜ੍ਹੀ ਇੱਕ ਕਿਲ੍ਹਾ ਸੀਗਾ। ਮਤਲਬ ਸਾਰਾਗੜ੍ਹੀ ਤੋਂ ਭਾਵ ਕੀ ਹੈ ਕਿ ਇੱਕ ਕਿਲ੍ਹੇ ਦੇ ਉੱਪਰ ਜੰਗ ਲੱਗੀ ਹੋਈ ਸੀ, ਤੇ ਉਹ ਜੰਗ ਜਿਹੜੇ ਉਹ 21 ਸਿੱਖ ਸਨ, ਕਿਹਨਾਂ ਵਾਸਤੇ ਉੱਥੇ ਲੜ ਰਹੇ ਸਨ? ਇਹਦੇ ਉੱਪਰ ਥੋੜਾ ਜਿਹਾ ਚਾਨਣਾ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਇਹ ਇੱਕ ਆਪਾਂ ਨਹੀਂ, ਇਹ ਆਮ ਲੋਕਾਂ ਨੂੰ ਸਾਰਾਗੜ੍ਹੀ ਬਾਰੇ ਨਹੀਂ ਚਾਨਣਾ ਹੈ ਕਿ ਸਾਰਾਗੜ੍ਹੀ ਕੀ ਚੀਜ਼ ਸੀ। ਨਾ ਇਹ ਕੁਦਰਤੀ ਇਹਨਾਂ ਨੇ ਜਿਹੜਾ ਹੈ ਇਹ 100 ਸਾਲ ਇਤਿਹਾਸ ਪਿੱਛੇ ਚਲਾ ਗਿਆ ਹੈ। ਇਹ ਸਾਰਾਗੜ੍ਹੀ ਜਿਹੜੀ ਵੀ 37 ਸਿੱਖ ਪਲਟਨ ਸੀ ਉੱਥੇ ਲੜਾਈ ਲੜ ਰਹੀ ਸੀ, ਉਹਦੀਆਂ 7 ਪੋਸਟਾਂ ਬਣਾਈਆਂ ਗਈਆਂ ਸੀ। ਪੋਸਟਾਂ ਦਾ ਮਤਲਬ ਹੁੰਦਾ, ਜਿਵੇਂ ਆਪਾਂ ਪਿੰਡਾਂ ਵਾਲੇ ਲੋਕਾਂ ਨੂੰ ਪਤਾ ਨਹੀਂ ਪੋਸਟ ਕੀ ਹੁੰਦੀ ਆ। ਪੋਸਟ ਇੱਕ ਚੌਂਕੀ ਹੁੰਦੀ ਆ, ਜਿਵੇਂ ਆਪਾਂ ਪਿੰਡਾਂ ਦੇ ਵਿੱਚ ਪੁਲਿਸ ਦੀਆਂ ਚੌਂਕੀਆਂ ਬਣਾਈਆਂ ਜਾਂਦੀਆਂ, ਇਸੇ ਤਰ੍ਹਾਂ ਬਾਰਡਰਾਂ ਦੇ ਉੱਤੇ ਇੱਕ ਚੌਂਕੀਆਂ ਬਣਾਈਆਂ ਜਾਂਦੀਆਂ ਨੇ।
ਪਹਿਲਾਂ ਉਹਨਾਂ ਨੂੰ ਕਿਲੇ ਕਿਹਾ ਜਾਂਦਾ ਸੀ, ਅੱਜ ਕੱਲ੍ਹ ਉਹਨਾਂ ਨੂੰ ਪੋਸਟਾਂ ਕਿਹਾ ਜਾਂਦਾ। ਇਹ 7 ਪੋਸਟਾਂ ਬਣਾਈਆਂ ਸੀ। 7 ਪੋਸਟਾਂ ਦੇ ਵਿੱਚੋਂ ਜਿਹੜੀਆਂ 2 ਇਹਦੀਆਂ ਪੋਸਟਾਂ ਸੀ ਉਹਨਾਂ ਦੀ ਦੂਰੀ ਜ਼ਿਆਦਾ ਸੀਗੀ। ਉਹਦਾ ਕਰਕੇ ਇੱਕ ਛੋਟੀ ਜਿਹੀ ਪੋਸਟ ਮਿਲਾਪ ਕਰਨ ਵਾਸਤੇ ਸਾਰਾਗੜ੍ਹੀ ਪੋਸਟ ਬਣਾਈ ਗਈ ਸੀ, ਸਾਰਾਗੜ੍ਹੀ ਚੌਂਕੀ ਬਣਾਈ ਗਈ ਸੀ। ਉਹ ਚੌਂਕੀ ਦਾ ਨਾਂ ਸਾਰਾਗੜ੍ਹੀ ਸੀ। ਇਹ ਲੜਾਈ ਉਹ ਸਾਰਾਗੜ੍ਹੀ ਜਿਹੜੀ ਪੋਸਟ ਦੇ ਨਾਂ ਤੇ ਸਾਰਾਗੜ੍ਹੀ ਦੀ, ਉਸ ਨੂੰ ਤਾਂ ਆਖਿਆ ਜਾਂਦਾ ਹੈ। ਲੋਕਾਂ ਨੂੰ ਨਹੀਂ ਪਤਾ, ਪੰਜਾਬ ਦੇ ਵਿੱਚ ਲੋਕਾਂ ਨੂੰ ਨਹੀਂ ਪਤਾ। ਸਾਰਾਗੜ੍ਹੀ ਤਾਂ ਹਰ ਇੱਕ ਸੁਣਦਾ ਹੈ, ਸਾਰਾਗੜ੍ਹੀ ਦਾ ਇਤਿਹਾਸ ਦਾ ਨਹੀਂ ਪਤਾ ਵੀ ਇਹ ਇਤਿਹਾਸ ਕੀ ਚੀਜ਼ ਆ, ਸਾਰਾਗੜ੍ਹੀ ਕਹਿੰਦੇ ਕਿਹਨੂੰ ਆ। ਮੈਂ ਇਸੇ ਕਰਕੇ ਦੱਸ ਰਿਹਾ ਵਾਂ ਸਾਰੇ ਦਰਸ਼ਕਾਂ ਨੂੰ ਕਿ ਸਾਰਾਗੜ੍ਹੀ ਇੱਕ ਪੋਸਟ ਸੀਗੀ, ਪੋਸਟ ਦੇ ਉੱਤੇ ਲੜਾਈ ਹੋਈ ਆ। ਚੌਂਕੀ ਸੀ ਜਾਣੀ ਉਹਨੂੰ ਮੰਨ ਲਓ, ਉਹ ਜਿਹੜੀਆਂ 2 ਵੱਡੀਆਂ ਚੌਂਕੀਆਂ ਸੀ ਸਾਈਡਾਂ ਤੇ, ਉਹਦੇ ਮਿਲਾਪ ਵਾਸਤੇ ਸੀ। ਇਹਦੇ ਉੱਤੇ 10,000 ਕਬਾਇਲੀਆਂ ਨੇ ਕਬਜ਼ਾ ਕੀਤਾ ਸੀ। ਲੜਾਈ ਲੜੀ ਗਈ ਆ, ਜਿਹੜਾ ਕਿ 21 ਸਿੱਖ ਨੌਜਵਾਨਾਂ ਨੇ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਨੂੰ। ਸੋ ਅਸੀਂ ਦੱਸਦੇ ਚਾਹੀਏ ਕਿ ਜਿਹੜੀ ਆਪਾਂ ਇਤਿਹਾਸ ਤੋਂ ਪੜ੍ਹਨਾ ਚਾਹੀਦਾ, ਕਿਉਂਕਿ ਕਿਤਾਬਾਂ ਹੁੰਦੀਆਂ ਨੇ, ਇਤਿਹਾਸ ਹੁੰਦਾ ਪੜ੍ਹਨ ਵਾਸਤੇ, ਕੁਛ ਜਾਣਕਾਰੀ ਲੈਣ ਵਾਸਤੇ। ਸਾਨੂੰ ਵਾਸਤੇ ਅੱਜ ਬੜੀ ਮਾਣ ਦੀ ਗੱਲ ਹੈਗੀ ਹੈ, ਹਵਾਲਦਾਰ ਸਰਦਾਰ ਈਸ਼ਰ ਸਿੰਘ ਜੀ ਦੀ ਚੌਥੀ ਪਨੀਰੀ, ਸਰਦਾਰ ਹਵਾਲਦਾਰ ਸਰਦਾਰ ਬਖਤੌਰ ਜੀ ਅੱਜ ਸਾਡੇ ਨਾਲ ਇੱਥੇ ਸਟੂਡੀਓ ਵਿੱਚ ਹਨ, ਜੋ ਆਪਣੀ ਇਨਫੋਰਮੇਸ਼ਨ ਦੇ ਰਹੇ ਨੇ। ਇਸ ਇਨਫੋਰਮੇਸ਼ਨ ਕਿ ਜਿਹੜੇ 2 ਧੜੇ ਸਨ, ਕਾਫੀ ਦੂਰ ਸਨ, ਉਹਨਾਂ ਦੀ ਦੂਰਾਈ ਕਾਫੀ ਦੂਰ ਸੀਗੀ, ਤੇ ਉਹਨਾਂ ਦੇ ਵਿੱਚ ਆਪਸੀ ਸੰਪਰਕ ਨਹੀਂ ਹੁੰਦਾ ਸੀ, ਕੰਟੈਕਟ ਇੱਕ ਦੂਜੇ ਦੇ ਨਾਲ ਟੈਲੀਗ੍ਰਾਮ ਦਾ ਜਾਂ ਇਨਫੋਰਮੇਸ਼ਨ ਲੈ ਦੇ ਨਹੀਂ ਹੋ ਸਕਦੀ ਕਿ ਕਿਹੜੇ ਪਾਸੋਂ ਮੁਗਲ ਭਾਰੀ ਤਾਦਾਦ ਵਿੱਚ ਆ ਰਹੇ ਨੇ ਤੇ ਉਹਨਾਂ ਕੋਲ ਕੀ ਹੈਗਾ, ਤੇ ਉਹ ਕਿਹੜੇ ਰਸਤੇ ਚੋਂ ਕਿਲੇ ਦੇ ਉੱਪਰ ਚੜ ਕੇ ਜਾਂ ਚੌਂਕੀ ਦੇ ਉੱਪਰ ਚੜ ਕੇ ਹਮਲਾ ਕਰਨਗੇ ਤੇ ਕਬਜ਼ ਆਪਣੇ ਕਬਜ਼ੇ ਵਿੱਚ ਉਹ ਕਰ ਲੈਣਗੇ ਚੌਂਕੀ ਨੂੰ। ਤਾਂ ਉਹ ਵਿਚਕਾਰ ਇੱਕ ਸਾਰਾਗੜ੍ਹੀ ਦੀ ਚੌਂਕੀ ਬਣਾਈ ਗਈ ਸੀ, ਜਿੱਥੇ ਇਹ ਸਤਿਗੁਰ ਦੇ ਲਾਡਲੇ 21 ਗੁਰਸਿੱਖ ਸਨ, ਤੇ ਉਹਨਾਂ ਗੁਰਸਿੱਖਾਂ ਨੇ ਇੱਕ ਵਾਰੀ ਅਰਦਾਸ ਕਰ ਲਈ ਤੇ ਫਿਰ ਉਸ ਅਰਦਾਸ ਤੋਂ ਉਹ ਮੁੱਕਰੇ ਨੇ। ਮੌਕਾ ਤਾਂ ਉਹਨਾਂ ਨੂੰ ਬਹੁਤ ਮਿਲਿਆ ਸੀ ਕਿ ਸਾਰਾਗੜ੍ਹੀ ਦੀ ਚੌਂਕੀ ਉਹ ਛੱਡ ਦੇਣ, ਪੋਟ ਛੱਡ ਦੇਣ ਤੇ ਵਾਪਸ ਆਪਣੇ ਘਰਾਂ ਨੂੰ ਚਲ ਜਾਣ, ਪਰ ਐਸਾ ਕਦੀ ਹੋਇਆ ਹੀ ਨਹੀਂ ਹੈ। ਸੰਸਾਰ ਦੇ ਵਿੱਚ ਐਸਾ ਕਦੀ ਹੋਇਆ ਹੀ ਨਹੀਂ ਦੁਨੀਆ ਵਿੱਚ ਕਿ ਜਿੱਥੇ ਇੱਕ ਵਾਰੀ ਅਰਦਾਸ ਕੀਤੀ ਗਈ ਹੋਵੇ ਕਿ ਆਪਾਂ ਇੱਥੇ ਫਤਿਹ ਕਰਨੀ ਹੈ, ਤੇ ਉੱਥੋਂ ਫਿਰ ਸਿੱਖ ਆਪਣਾ ਦਾਮਨ ਛੁਡਾ ਕੇ ਭੱਜ ਜਾਵੇ। ਹੋਇਆ ਹੀ ਨਹੀਂ ਹੈ। ਕਹਿੰਦੇ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੀਦ, ਪੁਰਜਾ ਕੱਠ ਮਰੇ ਕਬੂ ਨਾ ਛਾਡੇ ਖੇਦ। ਫਿਰ ਸਿੱਖਾਂ ਦੀ ਉਹੀ ਗੱਲ ਬਣ ਜਾਂਦੀ, ਜਿਵੇਂ ਬਾਬਾ ਦੀਪ ਸਿੰਘ ਜੀ ਨੇ ਮੈਦਾਨੇ ਜੰਗ ਦੇ ਵਿੱਚ ਆਪਣਾ ਸੀਸ ਵਾਰ ਕੇ ਵੀ ਮੈਦਾਨ ਨੂੰ ਫਤਿਹ ਕੀਤਾ, ਜੰਗ ਨੂੰ ਫਤਿਹ ਕੀਤਾ। ਜਿਵੇਂ ਜੋਰਾਵਰ ਨੇ, ਫਤਿਹ ਸਿੰਘ ਨੇ ਫਤਿਹ ਕੀਤੀ, ਇਵੇਂ ਹੀ 100 ਸਾਲ ਪਹਿਲੇ ਜਦੋਂ ਆਪਾਂ ਪਿੱਛੇ ਚਲੇ ਜਾਂਦੇ, ਸਾਰਾਗੜ੍ਹੀ ਦੀ ਜੰਗ ਦੇ ਵਿੱਚ ਇਹੋ ਜਿਹੇ ਮਹਾਨ ਗੁਰਸਿੱਖਾਂ ਨੇ ਉੱਥੇ ਜੰਗ ਨੂੰ ਫਤਿਹ ਕੀਤਾ, ਸ਼ਹੀਦੀਆਂ ਪਾਈਆਂ। ਸਾਨੂੰ ਸਾਰਿਆਂ ਨੂੰ ਇਤਿਹਾਸ ਦੇ ਨਾਲ ਜਾਣੂ ਹੋਣਾ ਚਾਹੀਦਾ। ਕਿ ਮੈਂ ਪੁੱਛਣਾ ਚਾਹਾਂਗੀ ਸਰਦਾਰ ਬਖਤੌਰ ਸਿੰਘ ਜੀ ਨੂੰ ਕਿ ਅੱਜ ਇਸ ਨੂੰ 100 ਸਾਲ ਹੋ ਗਏ ਨੇ, ਤੇ 100 ਸਾਲ ਬਾਅਦ ਸਾਰਾਗੜ੍ਹੀ ਦਾ ਇਤਿਹਾਸ ਸੰਸਾਰ ਵਿੱਚ ਪ੍ਰਗਟ ਹੋਣਾ, ਇਹਦੇ ਪਿੱਛੇ ਤੁਸੀਂ ਦੱਸੋ ਕੀ ਰਾਜ ਹੋ ਸਕਦਾ, ਜਾਂ ਇੰਨੀ ਲੇਟ ਕਿਉਂ ਦੁਨੀਆ ਦੇ ਸਾਹਮਣੇ ਇਹ ਸੱਚ ਆ ਰਿਹਾ ਹੈ? ਦੇਖੋ ਜੀ, ਇਸ ਵਾਸਤੇ ਮੈਂ ਬਹੁਤ ਅਫਸੋਸ ਨਾਲ ਕਹਿ ਰਿਹਾ ਕਿ ਜਿਹੜਾ ਇਹ 100 ਸਾਲ ਦਾ ਤੁਸੀਂ ਕਿਹਾ ਹੈ ਕਿ 100 ਸਾਲ ਕਿਉਂ ਪਿੱਛੇ ਗਿਆ ਹੈ। ਸਾਡੇ ਦਾਦਾ ਜੀ ਦੇ ਵਿੱਚ ਇਹ ਬਾਬਾ ਜੀ ਹੌਲਦਾਰ ਈਸ਼ਰ ਸਿੰਘ ਨੇ ਪ੍ਰਗਟ ਹੋ ਕੇ ਕਿਹਾ ਸੀ ਕਿ ਮੇਰਾ ਜੋ ਮੰਨਤਾ ਹੋਣੀਆਂ, ਜੋ ਮੇਰਾ ਕੁਰਬਾਨੀ ਦਾ ਮਾਣ ਮਹਿਸੂਸ ਹੋਣਾ ਤੁਹਾਨੂੰ, ਉਹ 100 ਸਾਲ ਬਾਅਦ ਹੀ ਪਤਾ ਲੱਗੇਗਾ। ਕਿ ਇਹ 100 ਸਾਲ ਬਾਅਦ ਅਸੀਂ ਮੁੜ ਕੇ ਆਵਾਂਗੇ ਇੱਥੇ, ਫਿਰ ਲੋਕ ਸਾਨੂੰ ਯਾਦ ਕਰਨਗੇ, ਸਾਡੀਆਂ ਕੁਰਬਾਨੀਆਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨਗੇ। ਉਹ ਚੀਜ਼ ਅੱਜ ਅਸੀਂ ਆਪਦੀ ਅੱਖੀਂ ਦੇਖ ਰਹੇ ਹਾਂ, ਪਹਿਲਾਂ ਕੰਨਾਂ ਤੋਂ ਸੁਣੀ ਸੀ, ਅੱਜ ਅਸੀਂ ਮੈਂ ਅੱਖੀਂ ਦੇਖੀ ਆ ਕਿ ਉਹਨਾਂ ਦੇ ਸਾਡੇ ਜੱਦੀ ਪਿੰਡ ਝੋਲਡਾਂ ਦੇ ਵਿੱਚ, ਜਿਹੜਾ ਕਿ ਰੈਕੋਟ ਤੋਂ 10 ਕਿਲੋਮੀਟਰ ਦੂਰ ਆ, ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਹੈ, ਉਹਨਾਂ ਦਾ ਬੁੱਤ 1997 ਦੇ ਵਿੱਚ ਹੋਰ ਸਿੱਖ ਰੈਜੀਮੈਂਟ ਖੁਦ ਆਪ ਪਹੁੰਚ ਕੇ ਉੱਥੇ ਲਗਾ ਕੇ ਗਈ ਸੀ। ਉਦੋਂ ਤੋਂ ਸਾਨੂੰ ਪਤਾ ਲੱਗਿਆ ਕਿ ਜਿਹੜੇ ਬਾਬਾ ਜੀ ਨੇ ਵਰਡ ਕਹੇ ਸੀ ਸਾਨੂੰ, ਹੌਲਦਾਰ ਈਸ਼ਰ ਸਿੰਘ ਜੀ ਨੇ, ਉਹ ਵਰਡ ਅੱਜ 100 ਸਾਲ ਬਾਅਦ ਪੂਰੇ ਹੋ ਚੁੱਕੇ ਹਨ। ਇਸ ਕਰਕੇ ਅਸੀਂ ਉਸ ਦੀ ਬੜਾ ਅਫਸੋਸ ਆ, ਮੈਨੂੰ ਬੜਾ ਇਸ ਚੀਜ਼ ਦਾ ਅਫਸੋਸ ਹੁੰਦਾ ਕਿ ਬਾਬਾ ਜੀ ਜੇ ਤੁਸੀਂ ਸਾਨੂੰ ਪਹਿਲਾਂ ਇਹ ਚੀਜ਼ਾਂ ਦੱਸਦੇ, ਸਾਨੂੰ ਪਤਾ ਲੱਗਦਾ। ਜਿਵੇਂ ਕਿ ਮੈਂ ਪਹਿਲਾਂ ਆਰਮੀ ਦੇ ਵਿੱਚ ਰਿਹਾ, ਸਿੱਖ ਰੈਜੀਮੈਂਟ ਦੇ ਵਿੱਚ ਰਿਹਾ, ਸਾਡੇ ਦਾਦਾ ਜੀ ਵੀ ਰਹੇ ਆ, ਤੇ ਸਾਨੂੰ ਇਸ ਬਾਰੇ ਕੋਈ ਚਾਨਣਾ ਹੀ ਨਹੀਂ ਹੋਇਆ ਕਿ ਹਾਂ ਬਈ ਸਾਡੇ ਸ਼ਹੀਦਾਂ ਦੀ ਐਡੀ ਵੱਡੀ ਕੁਰਬਾਨੀ ਆ। ਅਸੀਂ ਇਸ ਚੀਜ਼ ਦੇ ਬਹੁਤ ਜਾਣੀ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਕਿ ਅਸੀਂ 100 ਸਾਲ ਲੇਟ ਚੱਲ ਰਹੇ ਹਾਂ। ਚਲੋ ਜੋ ਵੀ ਪ੍ਰਗਟ ਹੁੰਦਾ, ਜੋ ਵੀ ਹੁਕਮ ਵਰਤਾ, ਉਹ ਅਕਾਲ ਪੁਰਖ ਦਾ ਹੀ ਵਰਤਾ। ਸ਼ਾਇਦ ਇਸੇ ਹੁਕਮ ਦੇ ਵਿੱਚ ਹੀ ਆਉਣ ਵਾਲੇ ਸਮਿਆਂ ਦੇ ਵਿੱਚ ਕੁਛ ਰਾਜ ਛਿਪਿਆ ਹੋਵੇ,
ਪਰ ਇਸ ਨੂੰ ਲੈ ਕੇ ਆਉਣ ਵਾਲੀਆਂ ਪਨੀਰੀਆਂ ਨੂੰ ਕਾਫੀ ਵੱਡਾ ਕੌਮ ਦੇ ਇਤਿਹਾਸ ਨੂੰ ਜਾਣਨ ਦਾ ਇੱਕ ਬੜਾ ਵੱਡਾ ਪੁਆਇੰਟ ਮਿਲ ਗਿਆ। ਉਹ ਬੱਚੇ ਜਾ ਸਕਣਗੇ ਆਉਣ ਵਾਲੀਆਂ ਪਨੀਰੀਆਂ YouTube ਦੇ ਰਾਹੀਂ ਜਾਂ ਹੋਰ ਕਈ ਟੈਕਨੋਲੋਜੀ ਦੇ ਰਾਹੀਂ ਜਾਂ ਜਿਹੜੇ ਬੁੱਤ ਸਥਾਪਿਤ ਕੀਤੇ ਜਾ ਰਹੇ ਨੇ ਉਹਨਾਂ ਦੇ ਰਾਹੀਂ ਉੱਥੇ ਜਾ ਕੇ ਦੇਖ ਸਕਦੇ ਹਨ ਅਤੇ ਉੱਥੋਂ ਉਹਨਾਂ ਨੂੰ ਇਤਿਹਾਸ ਪਤਾ ਲੱਗਦਾ। ਕਹਿੰਦੇ ਜੋ ਵੀ ਦੁਨੀਆ ਤੇ ਸੰਸਾਰ 'ਚ ਹੁੰਦਾ ਕਿ ਉਹਦੇ ਪਿੱਛੇ ਕੋਈ ਨਾ ਕੋਈ ਰਹੱਸ ਕੋਈ ਨਾ ਕੋਈ ਰਾਜ਼ ਹੁੰਦਾ। ਐਵਰੀਥਿੰਗ ਇਜ਼ ਹੈਪਨਡ ਫॉर ਅ ਰੀਜ਼ਨ ਕਿ ਕਿਹੜੀ ਚੀਜ਼ ਕਿਹੜੇ ਵੇਲੇ ਛਿਪਦੀ ਹੈ ਤੇ ਕਿਹੜੇ ਵੇਲੇ ਪ੍ਰਗਟ ਹੁੰਦੀ ਹੈ। ਮੈਂ ਇਹਦੇ ਨਾਲ ਆਪ ਜੀ ਨੂੰ ਪੁੱਛਦੀ ਜਾਵਾਂ ਕਿ ਪੰਜਾਬ ਵਿੱਚ ਜਿਹੜਾ ਕਿ ਇਹ ਬੁੱਤ ਉਹਨਾਂ ਦੇ ਘਰ ਵਿੱਚ ਲਗਾਇਆ ਗਿਆ, ਕੀ ਇਹ ਪੰਜਾਬ ਸਰਕਾਰ ਵੱਲੋਂ ਉੱਥੇ ਸਥਾਪਿਤ ਕੀਤਾ ਗਿਆ ਹੈਗਾ ਜਾਂ ਆਮ ਗੁਰਸਿੱਖਾਂ ਵੱਲੋਂ ਉੱਥੇ ਲਗਾਇਆ ਗਿਆ ਉਹਨਾਂ ਦੇ ਘਰ ਵਿੱਚ? ਨਹੀਂ ਜੀ ਨਹੀਂ, ਪੰਜਾਬ ਜਿਹੜੀ ਗੌਰਮੈਂਟ ਆ ਨਾ ਉਹਦੇ ਵੱਲੋਂ ਕਿਤੇ ਵੀ ਇਹਨਾਂ ਸ਼ਹੀਦਾਂ ਦਾ ਕੋਈ ਬੁੱਤ ਸਥਾਪਿਤ ਨਹੀਂ ਕੀਤਾ ਗਿਆ। 1905 ਦੇ ਵਿੱਚ ਅੰਗਰੇਜ਼ ਸਰਕਾਰ ਨੇ ਇੱਕ ਫਿਰੋਜ਼ਪੁਰ ਸਾਰਾਗੜੀ ਗੁਰਦੁਆਰਾ ਬਣਾਇਆ ਸੀ, ਇੱਕ ਜੀ ਅੰਮ੍ਰਿਤਸਰ ਸਾਹਿਬ ਵਿਖੇ ਸਾਰਾਗੜੀ ਗੁਰਦੁਆਰਾ ਸਾਹਿਬ ਬਣਾਇਆ ਗਿਆ। ਉਸ ਤੋਂ ਬਾਅਦ ਇਹਨਾਂ 21 ਸਿੱਖ ਨੌਜਵਾਨਾਂ ਦੀਆਂ ਯਾਦਾਂ ਆਪਣੀ ਪੰਜਾਬ ਸਰਕਾਰ ਨੇ ਕਿਤੇ ਨਹੀਂ ਬਣਾਈ। ਜਿਹੜੀ ਸਾਡੇ ਪਿੰਡ ਝੋਲਡਾ ਬਾਬਾ ਜੀ ਦੇ ਘਰੇ ਉਹਨਾਂ ਦਾ ਬੁੱਤ ਲਾਇਆ ਗਿਆ ਹੈ, ਉਹ 4 ਸਿੱਖ ਰੈਜੀਮੈਂਟ ਨੇ ਖੁਦ ਆਪ ਆ ਕੇ ਲਾਇਆ ਹੈ। ਇਹ ਤਾਂ ਇਹੀ ਬਸ ਜਾਣੀ ਪੰਜਾਬ ਗੌਰਮੈਂਟ ਨੇ ਇਹਦੇ ਬਾਰੇ ਹਜੇ ਕੋਈ ਕਿਤੇ ਵੀ ਕੋਈ ਬੁੱਤ ਨਹੀਂ ਸਥਾਪਿਤ ਕੀਤਾ, ਨਾ ਉਹਨਾਂ ਦੀ ਕੋਈ ਯਾਦਗਾਰ ਬਣਾਈ ਆ। ਅਸੀਂ ਸਰਕਾਰ ਅੱਗੇ ਬੇਨਤੀ ਵੀ ਕੀਤੀ ਸੀਗੀ ਕਿ ਉਹਨਾਂ ਦਾ ਪਿੰਡ ਜੱਦੀ ਪਿੰਡ ਝੋਲਡਾਂ ਦੇ ਵਿੱਚ ਕੋਈ ਕਾਲਜ ਜਾਂ ਕੋਈ ਹੌਸਪੀਟਲ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ ਜਾਵੇ, ਤਾਂ ਕਿ ਆਉਣ ਵਾਲੇ ਜਾਂ ਨਸਲਾਂ ਨੂੰ ਪਤਾ ਲੱਗੇ ਕਿ ਇਹ ਸ਼ਹੀਦ ਦਾ ਪਿੰਡ ਹੈ। ਕਿੱਡੀ ਵੱਡੀ ਕੁਰਬਾਨੀਆਂ ਜਿਨ੍ਹਾਂ ਦੀ ਵਰਲਡ ਦੀਆਂ 6 ਲੜਾਈਆਂ ਦੇ ਵਿੱਚੋਂ ਇਹ ਲੜਾਈ ਦਾ ਨਾਂ ਵੀ ਉਹਨਾਂ 6 ਲੜਾਈਆਂ ਦੇ ਵਿੱਚ ਸ਼ਾਮਲ ਹੈ। ਬਿਲਕੁਲ ਜੀ, ਦੀਆਂ ਬੜੀਆਂ ਬੇਸ਼ੁਮਾਰ ਗੱਲਾਂ ਆਪ ਜੀ ਦੱਸੇ ਤੇ ਮੈਂ ਇਹਦੇ ਨਾਲ ਇੱਕ ਅਸੀਂ ਮਤਲਬ ਜਿੱਦਾਂ ਇਤਿਹਾਸ ਨੂੰ ਜਾਣਦੇ ਹਾਂ ਕਿ ਹਮੇਸ਼ਾ ਕੁਛ ਨਾ ਕੁਛ ਹੁੰਦਾ ਸੀ ਜਾਂ ਕਿਸੇ ਬੁੱਤ ਦੀ ਗੱਲ ਕਰਦੇ ਆ ਤੇ ਮੇਰੇ ਸਰਦਾਰ ਬਖਤੌਰ ਸਿੰਘ ਜੀ ਨੇ ਬੜੀ ਵਧੀਆ ਗੱਲ ਕੀਤੀ ਕਿ ਜੇ ਉਹਨਾਂ 21 ਗੁਰਸਿੱਖਾਂ ਦੇ ਨਾਮ, ਸ਼ਹੀਦ ਗੁਰਸਿੱਖਾਂ, ਵੈਰੀ ਬਹਾਦਰ ਗੁਰਸਿੱਖਾਂ ਦੇ ਨਾਮ ਤੇ ਜਾਂ ਕੋਈ ਹਸਪੀਟਲ ਜਾਂ ਕੋਈ ਸਕੂਲ ਕਾਲਜ ਹੋਵੇ ਜਿੱਥੋਂ ਪਨੀਰੀ ਵੀ ਪੜ ਕੇ ਜਾਵੇ, ਜਿੱਥੇ ਲੋਕਾਂ ਦਾ ਇਲਾਜ ਵੀ ਹੋਵੇ, ਉਹਨਾਂ ਦੇ ਨਾਮ ਦੀ ਇਹੋ ਜਿਹੀ ਕੋਈ ਥਾਂ ਜ਼ਰੂਰ ਸਥਾਪਿਤ ਹੋਣੀ ਚਾਹੀਦੀ ਹੈ ਤੇ ਜਿਹਦੇ ਨਾਲ ਸਾਡਾ ਜਿਹੜਾ ਸਿੱਖ ਵਿਰਸਾ ਤੇ ਜਿਹੜਾ ਇਤਿਹਾਸ ਹੈ ਤੇ ਜੋ ਸ਼ਹਾਦਤ ਉਹਨਾਂ ਗੁਰਸਿੱਖਾਂ ਵੱਲੋਂ ਕੀਤੀ ਗਈ ਸੀ ਤਾਂ ਉਹ ਵੀ ਨਾਲ ਦੇ ਨਾਲ ਆਪਣੇ ਪੰਥ ਵਿੱਚ ਪਹੁੰਚੇ ਤੇ ਉਹਨੂੰ ਵੀ ਸਾਰੇ ਜਾਣੂ ਕਰਨ। ਸੋ ਇਹਦੇ ਨਾਲ ਮੈਂ ਇੱਕ ਆਪ ਜੀ ਨੂੰ ਪੁੱਛਣਾ ਚਾਹਾਂਗੀ ਕਿ ਜਿਹੜਾ ਕਿ ਗੁਰਦੁਆਰਾ ਆਪ ਜੀ ਕਹਿ ਰਹੇ ਹੋ ਅੰਮ੍ਰਿਤਸਰ ਸਾਹਿਬ ਵਿਖੇ ਬਣਾਇਆ ਗਿਆ, ਉਹ ਗੁਰਦੁਆਰਾ ਅੰਗਰੇਜ਼ ਫੋਰਸ ਵੱਲੋਂ ਬਣਾਇਆ ਗਿਆ ਸੀ ਜਾਂ ਉਸ ਸਮੇਂ ਦੇ ਜਿਹੜੇ ਸਿੱਖ ਸਾਹਿਬਾਨ ਸਨ ਉਹਨਾਂ ਵੱਲੋਂ ਉੱਥੇ ਅੰਮ੍ਰਿਤਸਰ ਸਾਹਿਬ ਵਿੱਚ ਗੁਰਦੁਆਰਾ ਬਣਾਇਆ ਗਿਆ ਹੈ ਸਾਰਾਗੜੀ ਸਿੱਖਾਂ ਦੇ ਨਾਮ ਤੇ? ਇਹ ਜਿਹੜਾ ਗੁਰਦੁਆਰਾ ਸਾਹਿਬ ਫਿਰੋਜ਼ਪੁਰ ਤੇ ਅੰਮ੍ਰਿਤਸਰ ਸਾਹਿਬ ਵਿਖੇ ਬਣਾਏ ਗਏ ਆ, ਇਹ ਜਿਹੜੇ ਗੋਰਾ ਸਰਕਾਰ ਸੀ ਉਸ ਟਾਈਮ ਆਪਣੇ ਇੰਡੀਆ ਦੇ ਵਿੱਚ, ਉਹਨਾਂ ਦੀ ਤਰਫੋਂ ਬਣਾਏ ਗਏ ਸਨ। ਗੋਰੇ ਸਰਕਾਰ ਵੱਲੋਂ ਜਿਹੜੀ ਕਿ ਉਸ ਸਮੇਂ ਉੱਥੇ ਮੌਜੂਦ ਸਨ। ਹਾਂਜੀ ਜੀ, ਤੇ ਮੈਂ ਇਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਲੋਕੀ ਪੁੱਛਣਾ ਚਾਹੁੰਦੇ ਨੇ ਕਿ ਜਿਵੇਂ 21 ਪਰਿਵਾਰ ਸਨ, 21 ਸ਼ਹੀਦ ਹੋਏ ਸਨ ਨਾ ਸਿੱਖ, ਤੇ 21 ਪਰਿਵਾਰਾਂ ਨੂੰ ਇਕੱਠਾ ਕਰਕੇ, ਕਿਉਂਕਿ ਕੋਈ ਕਿਸੇ ਪਿੰਡ 'ਚ ਰਹਿੰਦਾ ਸੀ, ਕੋਈ ਕਿਸੇ ਪਿੰਡ ਵਿੱਚ ਰਹਿੰਦਾ ਸੀ, ਇਹ ਤੁਸੀਂ ਫਿਰ ਸਾਰੇ ਇਕੱਠੇ ਕਿਵੇਂ ਹੋਏ? ਇਹਦੇ ਪਿੱਛੇ ਕਿਹਨਾਂ ਦੀ ਖੋਜ ਸੀ? ਇਹ ਮੈਂ ਸਰਦਾਰ ਗੁਰਿੰਦਰਪਾਲ ਸਿੰਘ ਜੀ ਜੋ ਸੰਜੋਗ ਕੇ ਅੱਜ ਕੱਲ੍ਹ ਅਮਰੀਕਾ ਦੇ ਵਿੱਚ ਰਹਿ ਰਹੇ ਹਨ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ 1995 ਤੋਂ ਲੈ ਕੇ ਇੱਕ ਪਰਿਵਾਰ ਨੂੰ ਖੋਜ ਕੇ ਉਹਨਾਂ ਨੂੰ ਇੱਕ ਲੜੀ ਦੇ ਵਿੱਚ ਲਿਆਂਦਾ ਤੇ ਜੀ ਸਾਰਿਆਂ ਨੂੰ ਹਰਿਮੰਦਰ ਸਾਹਿਬ 2017 ਦੇ ਵਿੱਚ ਇੱਕ ਆਪਣੀ ਅੰਗਰੇਜ਼ ਸਰਕਾਰ ਦੀ ਆਰਮੀ ਗਈ ਸੀ ਯੂਕੇ ਦੀ, ਉੱਥੇ ਜੀ ਸਾਨੂੰ ਸਨਮਾਨਿਤ ਵੀ ਕੀਤਾ ਗਿਆ ਸੀਗਾ ਸਾਰੇ ਪਰਿਵਾਰਾਂ ਨੂੰ। ਇਹ ਸਾਰੀ ਜੀ ਜਿਹੜੀ ਦੇਣ ਆ 21 ਪਰਿਵਾਰਾਂ ਨੂੰ ਇਕੱਠੇ ਕਰਨਾ 1995 ਤੋਂ ਲੈ ਕੇ ਹੁਣ ਤੱਕ, ਇਹ ਸਾਰੀ ਮਿਹਰਬਾਨੀ ਜੋ ਹੋਈ ਆ, ਜੋ ਕੋਸ਼ਿਸ਼ ਹੋਈ ਆ, ਜੋ ਇੰਨੀ ਨੱਠ ਭੱਜ ਕੀਤੀ ਆ, ਇਹ ਸਰਦਾਰ ਗੁਰਿੰਦਰਪਾਲ ਸਿੰਘ ਜੋਸ਼ਨ ਜੀ ਨੇ ਕੀਤੀ ਆ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇੰਨੇ ਦੂਰੋਂ ਇਹ ਹੌਲੀ ਹੌਲੀ ਲੱਭ ਕੇ, ਆਪਾਂ ਕਿਸੇ ਦੋ ਬੰਦਿਆਂ ਦਾ ਕਿ ਫਰਦ ਵੀ ਲੈਣੀ ਹੋਵੇ, ਕੋਈ ਉਹਨਾਂ ਦਾ ਪਿਛਲਾ ਪਿਛੋਕੜ ਕੱਢਣਾ ਹੋਵੇ, ਉਹ ਬੜੀ ਮੁਸ਼ਕਿਲ ਆ, ਪਰ ਉਹਨਾਂ ਨੇ
ਪੂਰੇ ਇੰਡੀਆ ਦੇ ਵਿੱਚੋਂ ਇਹਨਾਂ 21 ਪਰਿਵਾਰਾਂ ਨੂੰ ਲੱਭ ਕੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕੀਤਾ, ਜੋ ਕਿ ਹਜੇ ਵੀ ਇੱਕ ਪਰਿਵਾਰ ਆਸਟ੍ਰੇਲੀਆ ਦੇ ਵਿੱਚ ਹੈ, ਜੋ ਕਿ ਉਸ ਟਾਈਮ ਦਾ ਕਰਨਲ ਸੀਗਾ, ਕਮਾਂਡਿੰਗ ਅਫਸਰ ਸੀਗਾ। ਉਹਦਾ ਪਰਿਵਾਰ ਆ ਜੋ ਅੱਜ ਵੀ ਉਹ ਆਸਟ੍ਰੇਲੀਆ ਦੇ ਵਿੱਚ ਹੈ। ਇੱਕ ਜੋ ਕੁੱਕ ਸੀ ਉਸ ਟਾਈਮ ਦਾ, ਦਾਦ, ਉਸ ਦਾ ਪਰਿਵਾਰ ਅੱਜ ਪਾਕਿਸਤਾਨ ਦੇ ਵਿੱਚ ਆ। ਉਹ ਵੀ ਮੈਨੂੰ ਆਪਣੇ ਜੋਤਸਨ ਸਾਹਿਬ ਜੀ ਨੇ ਦੱਸਿਆ ਕਿ ਉਹ ਵੀ ਲੱਭ ਲਏ ਹਨ। ਮੈਂ ਉਹਨਾਂ ਦਾ ਬਹੁਤ ਰਿਣੀ ਹਾਂ, ਜਿਨ੍ਹਾਂ ਨੇ ਇੰਨੀ ਕੋਸ਼ਿਸ਼ ਕੀਤੀ ਆ ਕਿ ਅੱਜ ਉਹਨਾਂ ਨੇ ਜੋ ਯੂਕੇ ਦੇ ਵਿੱਚ ਉਹਨਾਂ ਦਾ ਬੁੱਤ ਸਥਾਪਿਤ ਕੀਤਾ। ਉਹ 21 ਪਰਿਵਾਰਾਂ ਦਾ ਸਾਰਿਆਂ ਨੂੰ ਉਹਨਾਂ ਨੇ ਬੁਲਾਇਆ ਸੀ ਉੱਥੇ, ਜਿਹਦੇ ਵਿੱਚੋਂ ਅਸੀਂ 4 ਪਰਿਵਾਰ ਉੱਥੇ ਪਹੁੰਚੇ ਹਾਂ। ਅਸੀਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਬਿਲਕੁਲ ਜੀ, ਸਰਦਾਰ ਗੁਰਿੰਦਰਪਾਲ ਸਿੰਘ ਜੀ ਜੋਸ਼ਨ ਜੋ ਅਮਰੀਕਾ ਵਿੱਚ ਰਹਿੰਦੇ ਨੇ, ਕਹਿੰਦੇ ਨੇ ਜਦੋਂ ਹਿਸਟਰੀ ਨੂੰ ਖੋਲ੍ਹਣਾ ਹੋਵੇ, ਪਰਖਣਾ ਹੋਵੇ, ਹਿਸਟਰੀ ਵਿੱਚ ਅੰਦਰ ਵੜ ਕੇ ਦੇਖਣਾ ਹੋਵੇ, ਤਾਂ ਫਿਰ ਹਿਸਟਰੀ ਦੇ ਹਰ ਇੱਕ ਪੰਨੇ ਵਿੱਚੋਂ ਜਿੱਥੇ 21 ਪਰਿਵਾਰ ਸਨ, ਹਿਸਟਰੀ ਦੇ ਪੰਨਿਆਂ ਤੇ 21 ਪਰਿਵਾਰ ਲਿਖੇ ਸਨ, ਉਹਨਾਂ 21 ਪਰਿਵਾਰਾਂ ਨੂੰ ਬੜਾ ਮੁਸ਼ਕਲ ਹੁੰਦਾ ਇੰਨੇ ਵੱਡੇ ਇੰਡੀਆ ਦੇ ਵਿੱਚੋਂ ਉਹਨਾਂ ਦੀ ਖੋਜ ਕਰਨੀ ਕਿ ਕੌਣ ਕਿੱਥੇ ਜੀ। ਕਿਸੇ ਦਾ ਤੋਂ ਤੁਹਾਡੇ ਕੋਲ ਕੋਈ ਪਤਾ ਕੁਛ ਵੀ ਨਾ ਹੋਏ ਤਾਂ ਫਿਰ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਹੈ। ਫਿਰ ਵੀ ਉਹਨਾਂ ਦੀ ਬੜੀ ਹੀ ਵੱਡੀ ਮੁਸ਼ੱਕਤ ਸੀ, ਮਿਹਨਤ ਸੀਗੀ, ਜੋ ਇਹਨਾਂ ਨੇ 21 ਪਰਿਵਾਰਾਂ ਨੂੰ ਉਹਨਾਂ ਨੇ ਲੱਭ ਕੇ ਲਿਆਂਦਾ, ਇਕੱਠਾ ਕਰਕੇ ਰੱਖਿਆ ਤੇ ਇਹਨਾਂ ਨੇ ਕੌਮ ਦੇ ਸਾਹਮਣੇ ਇਹਨਾਂ ਨੂੰ ਰੂਬਰੂ ਕਰਾਇਆ। ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਪੰਜਾਬੀ ਵਿਰਾਸਤ ਵੱਲੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਵਿੱਚ ਗੁਰਿੰਦਰ ਸਿੰਘ ਜੋਸ਼ਨ ਜੀ ਨਾਲ ਵੀ ਆਪਾਂ ਸੰਪਰਕ ਕਰੀਏ ਤੇ ਆਪ ਜੀ ਨੂੰ ਉਹਨਾਂ ਦੇ ਰੂਬਰੂ ਕਰੀਏ। ਸੋ ਕੋਈ ਐਸੀ ਗੱਲ ਹੈ ਜੋ ਆਪ ਜੀ ਹੋਰ ਦੱਸਣਾ ਚਾਹੁੰਦੇ ਹੋ ਹਵਾਲਦਾਰ ਈਸ਼ਰ ਸਿੰਘ ਜੀ ਦੇ ਬਾਰੇ, ਤਾਂ ਆਪ ਜੀ ਬੇਸ਼ੱਕ ਦੱਸ ਸਕਦੇ ਹੋ, ਕਿਉਂਕਿ ਸਮਾਂ ਸਾਡੇ ਕੋਲ ਸੀਮਿਤ ਹੀ ਹੈ। ਤੇ ਇੱਕ ਨਾਲ ਇੱਕ ਹੋਰ ਮੈਂ ਗੱਲ ਤੁਹਾਨੂੰ ਐਡ ਕਰਨਾ ਚਾਹਾਂਗੀ ਕਿ ਜਦੋਂ ਤੁਸੀਂ ਆਪਣੀ 17 ਰੈਜੀਮੈਂਟ ਦੇ ਵਿੱਚ ਸੇਵਾ ਕਰਦੇ ਪਏ ਸੀ ਜਾਂ ਆਪਣੀ ਡਿਊਟੀ ਨਿਭਾ ਰਹੇ ਸੀਗੇ, ਕਿ ਉੱਥੇ ਸਾਰਾ ਗੜੀ ਸਿੱਖਾਂ ਦੇ ਬਾਰੇ ਕੁਝ ਇਹੋ ਜਿਹੀ ਗੱਲਾਂ ਹੁੰਦੀਆਂ ਸਨ, ਜਾਂ ਕੋਈ ਇਹੋ ਜਿਹੀ ਸੋਚ ਉੱਥੇ ਉਤਪੰਨ ਹੁੰਦੀ ਸੀ, ਜਾਂ ਕਦੀ ਕੋਈ ਇਹੋ ਜਿਹਾ ਖਿਆਲ ਉੱਥੇ ਹੋਇਆ ਸੀ ਕਿ ਸਾਡੇ ਦਾਦੇ ਪੜਦਾਦੇ ਵੀ ਇਸ ਰੈਜੀਮੈਂਟ ਵਿੱਚ ਰਹੇ ਹੋਣਗੇ ਤਾਂ ਉਹਨਾਂ ਨੇ? ਹਾਂਜੀ ਹਾਂਜੀ, ਇਹ ਜਿਹੜਾ ਸਾਡੀਆਂ ਸਿੱਖ ਰੈਜੀਮੈਂਟ ਦੀਆਂ 22 ਤੋਂ 25 ਪਲਟਾਂ ਤਕਰੀਬਨ ਅੱਜ ਕੱਲ੍ਹ ਹੈਗੀਆਂ ਨੇ, ਇਹ ਸਾਰੀਆਂ ਜਿੰਨੀਆਂ ਵੀ ਸਾਡਾ ਸਿੱਖ ਰੈਜੀਮੈਂਟ ਸੈਂਟਰ ਜੋ ਰਾਮਗੜ੍ਹ ਆ, ਉਹ ਵੀ ਇਹਨਾਂ ਦਾ ਜੋ ਦਿਨ 12 ਸਤੰਬਰ ਨੂੰ ਮਨਾਉਂਦੇ ਹਾਂ ਅਸੀਂ, ਅਖੰਡ ਪਾਠ ਸਾਹਿਬ ਕਰਦੇ ਹਾਂ। ਉਸੇ ਤਰ੍ਹਾਂ ਹੀ ਜਿੰਨੀਆਂ ਵੀ ਸਿੱਖ ਰੈਜੀਮੈਂਟ ਪਲਟਨਾਂ ਹਨ, ਉਹ ਸਾਰੀਆਂ ਗੁਰੂ ਘਰ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾ ਕੇ ਉਹਨਾਂ ਦੇ 12 ਸਤੰਬਰ ਨੂੰ ਭੋਗ ਪਾਉਂਦੀਆਂ। ਅਸੀਂ ਸਾਰੇ ਉਹਨਾਂ ਨੂੰ ਯਾਦ ਕਰਦੇ ਹਾਂ, 21 ਸਿੱਖ ਨੌਜਵਾਨਾਂ ਨੂੰ। ਜਿੰਨੇ ਵੀ ਸਿੱਖ ਰੈਜੀਮੈਂਟ ਦੇ ਨੌਜਵਾਨ ਅਫਸਰ ਸਾਹਿਬਾਨ ਆ, ਉਹ ਸਾਰਾ ਇਹਨਾਂ ਦੇ ਇਤਿਹਾਸ ਨੂੰ ਵੀ ਜਾਣਦੇ ਆ, ਉਹਨਾਂ ਨੂੰ ਯਾਦ ਵੀ ਕਰਦੇ ਆ। ਐਡੀ ਵੱਡੀ ਕੁਰਬਾਨੀ ਨੂੰ ਅਸੀਂ ਕਦੇ ਭੁੱਲ ਹੀ ਨਹੀਂ ਸਕਦੇ ਹੈ ਕਿ ਸਾਡੇ ਦਾਦੇ ਪੜਦਾਦਿਆਂ ਨੇ ਏਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਹੁਣ ਅਸੀਂ ਕਿਵੇਂ ਉਹਨਾਂ ਨੂੰ ਭੁੱਲ ਜਾਵਾਂਗੇ। ਬਿਲਕੁਲ, ਅਸੀਂ ਭੁੱਲਣ ਵਾਲੀ ਗੱਲ ਵੀ ਨਹੀਂ ਹੈਗੀ ਆ। ਸਾਡੇ ਜਿਹੜੇ ਵੱਡੇ ਵਡੇਰੇ ਉਹਨਾਂ ਤੇ ਸਾਨੂੰ ਹਮੇਸ਼ਾ ਮਾਣ ਤੇ ਸਤਿਕਾਰ, ਐਂਡ ਵੀ ਆਰ ਫੀਲਿੰਗ ਵੈਰੀ ਪ੍ਰਾਊਡ ਆਫ them that ਕਿ ਉਹ ਉੱਥੇ ਸਨ ਤੇ ਉਹਨਾਂ ਦੇ ਕਰਕੇ ਇੱਕ ਹੋਰ ਜਜ਼ਬਾ ਸਿੱਖਾਂ ਦੇ ਅੰਦਰ ਪੈਦਾ ਹੋ ਗਿਆ ਕਿ ਅਰਦਾਸ ਕਰਕੇ ਮੁਕਰਨਾ ਨਹੀਂ ਹੈ ਤੇ ਹਰ ਪਲ ਲੜਨਾ ਹੈ, ਆਖਰੀ ਸਾਹ ਤੱਕ ਲੜਨਾ, ਆਖਰੀ ਗੋਲੀ ਤੱਕ ਲੜਨਾ ਹੈ ਤੇ ਸ਼ਹੀਦੀਆਂ ਪਾਣੀਆਂ। ਸੋ ਉਹਨਾਂ ਗੁਰਸਿੱਖਾਂ ਦੀ ਸ਼ਹੀਦੀ ਅੱਜ ਵੀ ਅਜਾਈ ਨਹੀਂ ਗਈ ਤੇ ਕੱਲ ਵੀ ਅਜਾਈ ਨਹੀਂ ਸੀ ਤੇ ਆਉਣ ਵਾਲੇ ਸਮੇਂ 'ਚ ਵੀ ਅਜਾਈ ਨਹੀਂ ਜਾਏਗੀ, ਕਿਉਂਕਿ ਹੁਣ ਇਤਿਹਾਸ ਦੇ ਪੰਨੇ ਖੁੱਲ ਚੁੱਕੇ ਹਨ। ਸਿੱਖਾਂ ਨੂੰ ਏਦਾਂ ਦੇ ਬਾਰੇ ਪਤਾ ਲੱਗ ਰਿਹਾ ਤੇ ਅਸੀਂ ਜਿਹੜੇ ਕਿ ਭਾਈ ਸਾਹਿਬ ਜੀ ਨੇ, ਭਾਈ ਬਤੌਰ ਸਿੰਘ ਜੀ ਨੇ ਦੱਸਿਆ ਕਿ ਇੱਕ ਫਿਰੋਜ਼ਪੁਰ ਵਿੱਚ ਜਿਹੜੇ ਉੱਥੇ ਦੇ ਇਲਾਕੇ ਵਿੱਚ ਰਹਿੰਦੇ ਨੇ, ਉਹ ਵੀ ਜਾਣ ਉੱਥੇ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਮੱਥਾ ਟੇਕਣ ਤੇ ਨਤਮਸਤਕ ਹੋਣ, ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਨ, ਸਤਿਕਾਰ ਦੇਣ। ਤੇ ਜੋ ਅੰਮ੍ਰਿਤਸਰ ਵੱਲ ਰਹਿੰਦੇ ਨੇ, ਜਿਹੜਾ ਸਾਰਾ ਗੜੀ ਗੁਰਦੁਆਰਾ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ, ਜੋ ਅੰਗਰੇਜ਼ ਸਰਕਾਰ ਵੱਲੋਂ ਬਣਾਇਆ ਗਿਆ ਸੀ, ਉੱਥੇ ਵੀ ਜਾ ਕੇ ਆਪਾਂ ਉਹਨਾਂ ਨੂੰ ਸਲੂਟ ਕਰ ਸਕਦੇ ਹਾਂ, ਸਲਾਮੀ ਦੇ ਸਕਦੇ ਹਾਂ ਉਹਨਾਂ ਗੁਰਸਿੱਖਾਂ ਨੂੰ ਜਿਨ੍ਹਾਂ ਨੇ ਬੜੇ ਹੀ ਬਹਾਦਰੀ ਦੇ ਨਾਲ ਜੰਗਾਂ ਵਿੱਚ ਆਪਣੇ ਸੀਸ ਕੁਰਬਾਨ ਕਰ ਦਿੱਤੇ। ਸਲੂਟ ਕਰ ਸਕਦੇ ਉਹਨਾਂ ਨੂੰ। ਸੋ ਮੈਂ ਇੱਕ ਵਾਰ ਫਿਰ ਧੰਨਵਾਦ ਕਰਾਂਗੀ ਸਰਦਾਰ ਬਖਤੌਰ ਸਿੰਘ ਜੀ ਦਾ ਤੇ ਬਹੁਤ ਬਹੁਤ ਜੀ ਆਇਆਂ ਨੂੰ ਆਪ ਜੀ ਨੂੰ ਪੰਜਾਬੀ ਵਿਰਾਸਤ USA ਚੈਨਲ ਦਾ। ਸਾਡਾ ਸਮਾਂ ਲਗਭਗ ਹੋ ਚੁੱਕਿਆ। ਮੈਂ ਆਸ ਕਰਾਂਗੀ ਕਿ ਅਗਲੇ ਆਉਣ ਵਾਲੇ ਦਿਨਾਂ ਵਿੱਚ, ਆਉਣ ਵਾਲੇ ਪ੍ਰੋਗਰਾਮ ਵਿੱਚ ਅਸੀਂ ਇੱਕ ਵਾਰ ਫਿਰ ਤੁਹਾਡੇ ਨਾਲ ਸਾਂਝ ਪਾਈਏ ਤੇ ਤੁਹਾਡੇ ਨਾਲ ਜ਼ਰੂਰ ਮੁਲਾਕਾਤ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ। ਤੁਸੀਂ ਸਾਰੇ ਜਣੇ ਦੇਖਦੇ ਰਹਿਣਾ ਪੰਜਾਬੀ ਵਿਰਾਸਤ USA ਚੈਨਲ। ਆਪਣੇ ਕਮੈਂਟ ਦੇਣਾ, ਆਪਣੀ ਅਸੀਸ ਬਖਸ਼ਿਸ਼ ਕਰਨੀ, ਪ੍ਰੋਗਰਾਮ ਨੂੰ ਕਿਵੇਂ ਹੋਰ ਚੰਗਾ ਲੈ ਕੇ ਆ ਸਕੀਏ ਤਾਂ ਵੀ ਦੱਸਣਾ ਸਾਨੂੰ। ਦੇਖਦੇ ਰਹਿਣਾ, ਜੁੜੇ ਰਹਿਣਾ ਪੰਜਾਬੀ ਵਿਰਾਸਤ USA ਚੈਨਲ ਨਾਲ। ਤਦ ਤੱਕ ਆਓ ਫਤਿਹ ਬੁਲਾਉਂਦੇ ਹਾਂ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ। ਫਤਿਹ।